जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आदि सच जुगादि सच है भी सच नानक होसी भी सच। वाहिगुरु जी का खालसा वाहिगुरु जी की फतेह। परम सन्मान जोग जुगो जुग अटल चवरे छतर तख्त दे मालक रहमतां दे सागर। गद्दी ते विराजमान जागदी जोत हाजरा हजूर जाहरा जहूर। धन धन श्री गुरु ग्रंथ साहिब सच्चे पातशाह जी की अपार किरपा रहमत हुई है। सतगुरां ने अमृत वेला बख्शिया हाजरियां भरियां नितनेम दे जाप सरवण कीते। जो हर रोज आपां लड़ीवार कथा सरवण करते हाँ। धन धन श्री गुरु ग्रंथ साहिब जी महाराज ਦੀ ਅੱਜ ਦਾ ਜੋ ਪਾਵਨ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ 27 ਅੰਗ ਤੇ ਆਰੰਭ ਹੁੰਦਾ ਹੈ। ਇਹ ਵੀ ਪਾਵਨ ਸ਼ਬਦ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। जिस ही की सिरकार है तिस ही का सब कोय। गुरमुख कार कमावनी सच घट प्रगट होए। अंतर जिसकै सच वसै सच्चे सच्ची सोए। सच मिले से ना विछड़ै तिन निज घर वासा होए। ये पावन शब्द ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਦੋਂ ਉਚਾਰਿਆ ਜੋ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਬਿਰਾਜਮਾਨ ਹਨ। ਉੱਥੇ ਗੁਰਸਿੱਖਾਂ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਸਾਰੇ ਜੀਵ ਜਿਹੜੇ ਨੇ ਸੰਸਾਰ ਦੇ ਵਿੱਚ ਕੰਮ ਕਾਰ ਕਰਦੇ ਹਨ ਅਤੇ ਜਿਹੜਾ ਕਾਰ ਹੈ ਕੰਮ ਹੈ ਸਫਲਾ ਕਿਹੜਾ ਹੈ। ਉੱਦਾਂ ਤਾਂ ਸਾਰੀ ਦੁਨੀਆ ਕਰ ਰਹੀ ਹੈ ਪਰ ਜਿਹੜਾ ਸਫਲ ਕੰਮ ਹੈ ਉਹ ਕਿਹੜਾ ਹੈ। ਅਤੇ ਦੂਸਰਾ ਤੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਫਿਰ ਪਰਮਾਤਮਾ ਤੋਂ ਜਿਹੜਾ ਜੀਵ ਇਹ ਵਿਛੜਿਆ ਹੈ ਤੇ ਇਹਦਾ ਮਿਲਾਪ ਕਿਵੇਂ ਹੋ ਸਕਦਾ ਹੈ ਤੇ ਪਰਮਾਤਮਾ ਮਿਲਦਾ ਕਿੱਥੇ ਹੈ, ਉਹ ਵਸਦਾ ਕਿੱਥੇ ਹੈ। ਤੇ ਜਿੰਨੇ ਵੀ ਵਿਦਵਾਨ ਉਹਨਾਂ ਨੂੰ ਉਹਦਾ ਗਿਆਨ ਇਕੱਠਾ ਕਰਦੇ ਨੇ, ਖੋਜ ਕਰਦੇ ਨੇ ਕਿ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਕਿ ਨਹੀਂ ਪਰਮਾਤਮਾ ਦੀ। ਇਹ ਸਤਿਗੁਰਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਜਦੋਂ ਇਹ 4 ਪ੍ਰਸ਼ਨ ਕੀਤੇ ਤੇ ਸਤਿਗੁਰੂ ਜੀ ਉਹਦਾ ਉੱਤਰ ਦੇ ਕੇ ਸਮਝਾਉਂਦੇ ਹਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ। ਇਹ ਗੁਰਸਿੱਖੋ ਜਿਸ ਪਰਮਾਤਮਾ ਨੇ ਇਸ ਜੀਵਾਂ ਨੂੰ ਪੈਦਾ ਕੀਤਾ ਹੈ ਉਹਦਾ ਹੀ ਹੁਕਮ ਉਹਦੀ ਹੀ ਕਾਰ ਹੈ ਕਿ ਉਹਦਾ ਹੀ ਕੰਮ ਹੈ ਕਿ ਉਹ ਸਾਰਿਆਂ ਨੂੰ ਉਸਨੇ ਪੈਦਾ ਕੀਤਾ ਹੈ। ਰਜੋ ਤਮੋ ਸਤੋ ਗੁਣ ਵਾਲੇ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਕਹਿੰਦੇ ਉਹ ਭਿੰਨ ਭਿੰਨ ਪ੍ਰਕਾਰ ਦੇ ਮਨੁੱਖ ਆਪੋ ਆਪਣੇ ਕੰਮ ਕਰ ਰਹੇ ਨੇ। ਜਿਹੋ ਜਿਹਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ, ਉਹੋ ਜਿਹੀ ਉਹਦੀ ਕਾਮਨਾ ਜਿਹੜੀ ਹੈ ਪੂਰੀ ਹੋ ਜਾਂਦੀ ਹੈ। ਪਰ ਸਾਰੇ ਜੀਵਾਂ ਦਾ ਰੱਖਿਆ ਕਾਰਕ ਉਹ ਪਰਮਾਤਮਾ ਹੈ ਜਿਹਨੇ ਸਾਰਿਆਂ ਨੂੰ ਬਣਾਇਆ ਹੈ।
ਫਿਰ ਸਤਿਗੁਰੂ ਜੀ ਕਹਿੰਦੇ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਕਾਰ ਦੀ ਗੱਲ ਕੀਤੀ ਹੈ, ਕੰਮ ਦੀ ਗੱਲ ਕੀਤੀ ਹੈ। ਕਹਿੰਦੇ ਅਸਲ ਕੰਮ ਉਹ ਹੈ, ਉਹਦਾ ਤਾਂ ਸਾਰਾ ਸੰਸਾਰ ਕੰਮ ਕਰ ਰਿਹਾ ਹੈ। ਅਸਲ ਜਿਹੜੀ ਸਫਲ ਜਿਹੜੀ ਕਾਰ ਹੈ, ਸਤਿਗੁਰੂ ਜੀ ਕਹਿੰਦੇ ਸੇਵਾ ਕਰਨੀ, ਭਗਤੀ ਕਰਨੀ, ਇਹ ਸਫਲੀ ਕਾਰ ਹੈ। ਸਤਿਗੁਰੂ ਜੀ ਕਹਿੰਦੇ ਕਿਉਂ ਪਰਮਾਤਮਾ ਜਿਹੜਾ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਕਹਿੰਦੇ ਫਿਰ ਸੱਚ ਘਟ ਪ੍ਰਗਟ ਹੋਏ। ਕਹਿੰਦੇ ਸੇਵਾ ਕਰਨੀ, ਭਗਤੀ ਕਰਨੀ, ਇਹਦੇ ਨਾਲ ਉਹ ਪਰਮਾਤਮਾ ਹਿਰਦੇ ਦੇ ਵਿੱਚ ਆਣ ਕੇ ਵਸ ਜਾਂਦਾ ਹੈ। ਘਟ ਘਟ ਪ੍ਰਗਟ ਹੋਏ। ਕਹਿੰਦੇ ਜਦੋਂ ਸੱਚ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਹਿਰਦੇ ਦੇ ਵਿੱਚ, ਕਹਿੰਦੇ ਉਹ ਪ੍ਰਕਾਸ਼ ਹੋ ਜਾਂਦਾ ਹੈ, ਉਹ ਆਣ ਕੇ ਹਿਰਦੇ ਦੇ ਵਿੱਚ ਵਸਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸੇਵਾ ਕਰਨੀ ਅਤੇ ਭਗਤੀ ਕਰਨੀ ਇਹ ਗੁਰਮੁਖ ਕਰਦੇ ਨੇ। ਉਂਝ ਸਾਰਾ ਸੰਸਾਰ ਕੰਮਕਾਰ ਕਰ ਰਿਹਾ ਹੈ, ਪਰ ਉਹ ਦੁੱਖ ਸੁੱਖ ਆਪਦੇ ਭੋਗ ਰਹੇ ਨੇ। ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ। ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਪ੍ਰਮਾਤਮਾ ਵਾਹਿਗੁਰੂ ਦਾ ਸੱਚਾ ਨਾਮ ਵਸ ਜਾਂਦਾ ਹੈ, ਸੱਚੇ ਸੱਚੀ ਸੋਏ। ਕਹਿੰਦੇ ਉਹ ਫਿਰ ਐਸਾ ਪ੍ਰਮਾਤਮਾ ਜਿਹੜਾ ਆਪ ਪੁਰਖ ਵਾਹਿਗੁਰੂ ਸੱਚਾ ਹੈ, ਸੱਚੇ ਸੋਏ। ਕਹਿੰਦੇ ਪ੍ਰਲੋਕ ਦੇ ਵਿੱਚ ਵੀ ਉਹਦੀ ਫਿਰ ਸੋਭਾ ਜਿਹੜੀ ਹੈ ਸੱਚੀ ਸੋਏ ਹੁੰਦੀ ਹੈ, ਸੋਭਾ ਪ੍ਰਮਾਤਮਾ ਕਰਾਉਂਦਾ ਹੈ। ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ। ਕਹਿੰਦੇ ਜਿਹੜੇ ਸੱਚ ਦੇ ਨਾਲ ਮਿਲ ਜਾਂਦੇ ਨੇ ਉਹਨਾਂ ਦੇ ਪ੍ਰਮਾਤਮਾ ਕਦੇ ਵੀ ਉਹਨਾਂ ਤੋਂ ਵਿਛੜਦਾ ਨਹੀਂ, ਉਹਨਾਂ ਦੇ ਨਾਲ ਰਹਿੰਦਾ ਹੈ ਹਮੇਸ਼ਾ। ਤਿਨ ਨਿਜ ਘਰ ਵਾਸਾ ਹੋਏ। ਐਸੀ ਕਿਰਪਾ ਹੋ ਜਾਂਦੀ ਹੈ ਉਹ ਚੌਥੇ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਕਿਉਂਕਿ ਰਜੋ ਤਮੋ ਸਤੋ ਗੁਣ ਇਹਨਾਂ ਦੇ ਵਿੱਚ ਮਨੁੱਖ ਰਹਿੰਦਾ ਹੈ। ਇਹਦੇ ਵਿੱਚ ਸੰਸਾਰ ਦੇ ਵਿੱਚ ਰਿੱਧੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ, ਨਾਮ ਜਪਿਆਂ ਬਹੁਤ ਕੁਛ ਮਿਲ ਜਾਂਦਾ ਹੈ। ਜਿਹੜਾ ਭਾਵ ਕਿ ਚੌਥੇ ਪਦ ਦੀ ਸਤਿਗੁਰੂ ਜੀ ਗੱਲ ਕਰਦੇ ਨੇ ਉਹ ਹੈ ਬ੍ਰਹਮ। ਜਿੱਥੇ ਮਨੁੱਖ ਪਹੁੰਚ ਜਾਂਦਾ ਹੈ, ਨਾ ਉੱਥੇ ਦਿਨ ਹੈ, ਨਾ ਉੱਥੇ ਰਾਤ ਹੈ, ਨਾ ਉੱਥੇ ਸਮਾਂ ਹੈ ਕੋਈ, ਨਾ ਉੱਥੇ ਕਾਲ ਹੈ, ਨਾ ਉੱਥੇ ਮੌਤ ਹੈ। ਕਹਿੰਦੇ ਉੱਥੇ ਜਦੋਂ ਸੁਰਤ ਪਹੁੰਚ ਜਾਂਦੀ ਹੈ, ਕਹਿੰਦੇ ਉਹ ਸਭ ਤੋਂ ਉੱਚਾ ਅਤੇ ਸੁੱਚਾ ਹੋ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਫਿਰ ਕਦੇ ਨਹੀਂ ਵਿਛੜਦਾ। ਉਹਨਾਂ ਤੋਂ ਨਿਜ ਘਰ ਜਿਹੜਾ ਅਸਲੀ ਘਰ ਹੈ ਉਸ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਘਰ ਦੇ ਵਿੱਚ ਕੋਈ ਵਿਰਲਾ ਹੀ ਪਹੁੰਚਦਾ ਹੈ, ਸਾਰੇ ਨਹੀਂ ਪਹੁੰਚਦੇ, ਕੋਈ ਵਿਰਲਾ ਹੀ ਪਹੁੰਚਦਾ ਹੈ। ਕਿਉਂਕਿ ਸਤਿਗੁਰੂ ਜੀ ਗੁਰਬਾਣੀ ਕਹਿੰਦੀ ਹੈ ਕੋਟਨ ਮੈਂ ਕਹੂ ਨਾਰਾਇਣ ਜਹ ਚੀਤ। ਉੱਦਾਂ ਤਾਂ ਸਾਰੇ ਰਾਮ ਰਾਮ ਕਹਿੰਦੇ ਨੇ, ਸਾਰੇ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ। ਸਤਿਗੁਰੂ ਜੀ ਕਹਿੰਦੇ ਸਾਰੇ ਰਾਮ ਰਾਮ ਨਾਮ ਜਪਦੇ ਨੇ, ਪਰ ਅਸਲ ਜਿਹੜਾ ਨਾਰਾਇਣ ਉਸ ਰਾਮ ਨੂੰ ਪਾਉਣਾ ਉਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਉਹ ਕਦੇ ਵੀ ਫਿਰ ਵਿਛੜਦੇ ਨਹੀਂ। ਨਿਜ ਘਰ ਵਾਸਾ ਹੋਏ, ਉਹਨਾਂ ਦਾ ਫਿਰ ਸਦੀਵੀ ਵਾਸਾ ਉੱਥੇ ਸੁਰਤ ਦਾ ਹੋ ਜਾਂਦਾ ਹੈ, ਉਹ ਆਤਮਾ ਪਹੁੰਚ ਜਾਂਦੀ ਹੈ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਮਨਾ, ਹੇ ਮੇਰੇ ਰਾਮ, ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ ਹੈ। ਇਹ ਗੁਰਮੁਖਾਂ ਨੇ ਜਦੋਂ ਆਣ ਕੇ ਪ੍ਰਸ਼ਨ ਕੀਤੇ ਕਿ ਪ੍ਰਮਾਤਮਾ ਰਹਿੰਦਾ ਕਿੱਥੇ ਹੈ, ਪ੍ਰਾਪਤੀ ਕਿੱਦਾਂ ਹੁੰਦੀ ਹੈ, ਕਾਰ ਕਿਹੜੀ ਕਰਨੀ ਚਾਹੀਦੀ ਹੈ, ਉਹ ਦੋ ਪ੍ਰਸ਼ਨਾਂ ਦੇ ਸਤਿਗੁਰਾਂ ਨੇ ਉੱਤਰ ਦਿੱਤੇ। ਪ੍ਰਮਾਤਮਾ ਰਹਿੰਦਾ ਕਿੱਥੇ ਹੈ, ਵਸਦਾ ਕਿਹਦੇ ਹਿਰਦੇ ਦੇ ਵਿੱਚ ਹੈ, ਅਤੇ ਕਾਰ ਕਿਹੜੀ ਕਰਨੀ ਹੈ। ਹੁਣ ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ। ਉਹਨਾਂ ਨੇ ਪੁੱਛਿਆ ਪ੍ਰਮਾਤਮਾ ਮਿਲੇਗਾ ਕਿਵੇਂ, ਅਤੇ ਸਤਿਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਜਿਹੜਾ ਸਦੀਵੀ ਸੱਚ ਹੈ, ਨਿਰਮਲਾ ਮੈਲ ਤੋਂ ਰਹਿਤ ਹੈ, ਜਿਹੜਾ ਪ੍ਰਮਾਤਮਾ ਸ਼ਬਦ ਮਿਲਾਵਾ ਹੋਏ। ਕਹਿੰਦੇ ਸ਼ਬਦ ਹੀ ਮਿਲਾ ਸਕਦਾ ਹੈ। ਜੋ ਸ਼ਬਦ ਦਾ ਅਭਿਆਸ ਹੋਏਗਾ ਅਤੇ ਕਹਿੰਦੇ ਉਹ ਸ਼ਬਦ ਹੀ ਵਾਹਿਗੁਰੂ ਦਾ
ਰਾਮ ਦਾ, ਅੱਲਾ ਦਾ, ਕਹਿੰਦੇ ਜਿਹੜੇ ਸ਼ਬਦ ਨੇ, ਸ਼ਬਦ ਹੀ ਪਰਮਾਤਮਾ ਕੋਲੇ ਪਹੁੰਚਾਉਂਦਾ ਹੈ, ਸ਼ਬਦ ਹੀ ਮਿਲਾਪ ਕਰਾਉਂਦਾ ਹੈ ਪਰਮਾਤਮਾ ਦਾ। ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਅਗਲੇ ਪਾਸੇ ਰਹਾਉ ਦੀ ਤੁਕ ਵਿੱਚ ਹੁਣ ਸਤਿਗੁਰੂ ਜੀ ਕਹਿੰਦੇ ਨੇ, ਸ਼ਬਦ ਮਿਲੈ ਸੋ ਮਿਲ ਰਹਿ। ਕਹਿੰਦੇ ਜਿਹੜੇ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਕਹਿੰਦੇ ਉਹ ਫਿਰ ਸਦੀਵੀ ਮਿਲ ਜਾਂਦੇ ਨੇ। ਜਿਸ ਨੌ ਆਪੇ ਲਏ ਮਿਲਾਏ, ਕਹਿੰਦੇ ਐਸੀ ਕਿਰਪਾ ਹੋ ਜਾਂਦੀ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ। ਕਹੀਏ ਕਿ ਅਸੀਂ ਮਿਲ ਲਵਾਂਗੇ, ਕਹਿੰਦੇ ਨਹੀਂ, ਉਹਦੀ ਫਿਰ ਕਿਰਪਾ ਵਰਤਦੀ ਅਤੇ ਫਿਰ ਉਹ ਆਪਣੇ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਆਪ ਕਿਰਪਾ ਕਰ ਦਿੰਦਾ ਹੈ ਉਹ ਪਰਮਾਤਮਾ। ਦੂਜੇ ਭਾਏ ਕੋ ਨਾ ਮਿਲੈ, ਫਿਰ ਆਵੈ ਜਾਏ। ਹੁਣ ਦੂਸਰੇ ਦੀ ਗੱਲ ਕੀਤੀ ਹੈ ਕਿ ਜਿਵੇਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਦੇ ਨਾਲ ਹੀ ਮਿਲਿਆ ਜਾ ਸਕਦਾ ਹੈ, ਸ਼ਬਦ ਦਾ ਅਭਿਆਸ ਕੀਤਿਆਂ ਹੀ ਮਿਲਿਆ ਜਾ ਸਕਦਾ ਹੈ। ਦੂਸਰੇ ਕਿਹੜੀ ਗੱਲ ਕੀਤੀ ਹੈ ਕਿ ਮਨੁੱਖ ਭਰਮ ਦੇ ਵਿੱਚ ਪਿਆ ਹੋਇਆ ਹੈ ਕਿ ਮੈਂ ਇਹ ਸ਼ਾਇਦ ਦੀ ਚੀਜ਼ਾਂ ਇਹਦੀ ਪੂਜਾ ਕਰਾਂ ਜਾਂ ਮੈਂ ਦੇਵੀ ਦੇਵਤਿਆਂ ਦੀ ਪੂਜਾ ਕਰਾਂ ਤਾਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਦੂਜੇ ਭਾਏ ਕੋ ਨਾ ਮਿਲੇ, ਕਹਿੰਦੇ ਉਹ ਸਾਰੇ ਰਜੋ ਤਮੋ ਸਤੋ ਗੁਣ ਦੇ ਵਿੱਚ ਨੇ। ਜਿੰਨੇ ਵੀ ਦੇਵੀ ਦੇਵਤੇ, ਜਿੰਨੇ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਤਿੰਨਾਂ ਗੁਣਾਂ ਦੇ ਵਿੱਚ ਨੇ। ਚੌਥੇ ਪਦ ਦੇ ਵਿੱਚ ਉਹ ਪਰਮਾਤਮਾ ਹੈ ਜਿਹਨੇ ਸਾਰੀ ਸ੍ਰਿਸ਼ਟੀ ਰਚੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜੇ ਇਹਨਾਂ ਦੇ ਵਿੱਚ ਹੀ ਫਸੇ ਰਹੋਗੇ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਾ ਸੁੱਖ ਮਿਲ ਸਕਦਾ ਹੈ। ਕਿਉਂਕਿ ਜਿੰਨੇ ਵੀ ਦੇਵੀ ਦੇਵਤੇ ਨੇ ਧਨ ਪਦਾਰਥ ਦੌਲਤ ਦੇ ਦੇਣਗੇ, ਸੁੱਖ ਨਹੀਂ ਮਿਲ ਸਕਦਾ। ਸੁੱਖ ਜਿਹੜਾ ਹੈ ਨਾਮ ਦੇ ਵਿੱਚ ਹੈ। ਸਦੀਵੀ ਜਿਹੜਾ ਸੁੱਖ ਮਿਲਣਾ ਹੈ ਉਹ ਨਾਮ ਦੇ ਵਿੱਚ ਮਿਲਦਾ ਹੈ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਤਾਂ ਦੱਸ ਰਹੇ ਨੇ ਕਿ ਸ਼ਬਦ ਦੇ ਨਾਲ ਹੀ ਜਦੋਂ ਮਨੁੱਖ ਅਭਿਆਸ ਕਰਦਾ ਹੈ, ਸ਼ਬਦ ਹੀ ਸਦੀਵੀ ਸੁੱਖ ਦਿੰਦਾ ਹੈ, ਸ਼ਬਦ ਹੀ ਸਾਰੇ ਪਦਾਰਥ ਦਿੰਦਾ ਹੈ। ਦੂਜੇ ਭਾਏ ਕੋ ਨਾ ਮਿਲੈ, ਫਿਰ ਆਵੈ ਜਾਏ। ਵਾਰ ਕਹਿੰਦੇ ਫਿਰ ਉਹ ਜੰਮਦਾ ਅਤੇ ਮਰਦਾ ਰਹਿੰਦਾ ਹੈ, ਦੁੱਖ ਭੋਗਦਾ ਰਹਿੰਦਾ ਹੈ ਮਨੁੱਖ, ਕਿਉਂਕਿ ਉਹਦੀ ਗਤੀ ਨਹੀਂ ਹੁੰਦੀ। ਸਭ ਮਹਿ ਇੱਕ ਵਰਤਦਾ, ਇੱਕੋ ਰਹਿਆ ਸਮਾਏ। ਕਹਿੰਦੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਇੱਕ ਵਰਤ ਰਿਹਾ ਹੈ, ਉਹਦੀ ਸ਼ਕਤੀ ਵਰਤ ਰਹੀ ਹੈ, ਉਹ ਸਾਰਿਆਂ ਨੂੰ ਚਲਾ ਰਿਹਾ ਹੈ। ਜਿਸਨੂੰ ਆਪ ਦਇਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਕਹਿੰਦੇ ਫਿਰ ਜਿਹਦੇ 'ਤੇ ਕਿਰਪਾ ਕਰ ਦਿੰਦਾ ਹੈ ਮਨੁੱਖ, ਜਦੋਂ ਸੇਵਾ ਕਰਦਾ ਹੈ, ਭਗਤੀ ਕਰਦਾ ਹੈ, ਸਿਮਰਨ ਕਰਦਾ ਹੈ, ਕਹਿੰਦੇ ਫਿਰ ਉਹਦੇ ਤੋਂ ਜਦੋਂ ਦਇਆਲ ਹੋ ਜਾਂਦਾ, ਕਿਰਪਾ ਕਰਦਾ ਹੈ, ਸੋ ਗੁਰਮੁਖ ਨਾਮ ਸਮਾਏ। ਕਹਿੰਦੇ ਐਸੀ ਕਿਰਪਾ ਹੋ ਜਾਂਦੀ ਸੰਗਤ ਦੇ ਵਿੱਚ ਬੈਠਿਆਂ, ਕਹਿੰਦੇ ਉਹ ਨਾਮ ਉਹਦੇ ਹਿਰਦੇ ਦੇ ਵਿੱਚ ਸਮਾ ਜਾਂਦਾ ਅਤੇ ਨਾਮ ਦੇ ਵਿੱਚ ਹੀ ਫਿਰ ਲੀਨ ਹੋ ਜਾਂਦਾ ਹੈ। ਪੜ੍ਹ ਪੰਡਤ ਜੋਤ ਕੀ, ਵੇਦ ਕਰਹਿ ਵਿਚਾਰ। ਹੁਣ ਸਤਿਗੁਰਾਂ ਨੂੰ ਉਹਨਾਂ ਨੇ ਚੌਥਾ ਸਵਾਲ ਪੁੱਛਿਆ ਕਿ ਮਹਾਰਾਜ ਜਿਹੜੇ ਵਿਦਵਾਨ ਨੇ, ਜਿਹੜੇ ਇੰਨਾ ਗਿਆਨ ਉਹਨਾਂ ਨੂੰ ਹੁੰਦਾ ਹੈ ਕਿ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਿ ਉਹ ਹੰਗਤਾ ਦੇ ਵਿੱਚ, ਹੰਕਾਰ ਦੇ ਵਿੱਚ ਰਹਿੰਦੇ ਨੇ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਵਿਦਵਾਨ ਨੇ, ਜਿੰਨੇ ਵੀ ਪੰਡਤ ਨੇ, ਉਹਨਾਂ ਨੂੰ ਗਿਆਨ ਤਾਂ ਹੋ ਗਿਆ। ਪੜ੍ਹ ਪੰਡਤ ਜੋਤ ਕੀ, ਭਾਵ ਕਿ ਜਿੰਨੇ ਵੀ ਪੰਡਤ ਜੋਤਸ਼ੀ ਨੇ ਇਹਨਾਂ ਗ੍ਰੰਥਾਂ ਨੂੰ, ਸ਼ਾਸਤਰਾਂ ਨੂੰ ਪੜ੍ਹ ਕੇ ਭੂਤਕਾਲ ਦੀ ਗੱਲ ਦੱਸ ਦੇਣਗੇ, ਵਰਤਮਾਨ ਦੀ ਗੱਲ ਦੱਸ ਦੇਣਗੇ, ਹੋਰ ਮਨੁੱਖ ਦਾ ਸਭ ਕੁਝ ਦੱਸ ਦੇਣਗੇ। ਪਰ ਕਹਿੰਦੇ ਵਾਦ ਕਰਹਿ ਵਿਚਾਰ, ਪਰ ਉਹ ਵੀ ਭਾਵ ਕਿ ਵਾਦ ਵਿਵਾਦ ਦੇ ਵਿੱਚ ਪੈ ਰਹਿੰਦੇ ਨੇ, ਆਪਸ ਦੇ ਵਿੱਚ ਉਹ ਲੜਦੇ ਅਤੇ ਝਗੜਦੇ ਰਹਿੰਦੇ ਨੇ। ਮਨੁੱਖ ਦਾ ਸਭ ਕੁਝ ਦੱਸ ਦੇਣਗੇ, ਭੂਤਕਾਲ ਵਰਤਮਾਨ ਸਭ ਕੁਝ ਦੱਸ ਦੇਣਗੇ ਗਿਆਨ ਦੇ ਨਾਲ, ਪਰ ਉਹਨਾਂ ਨੂੰ ਵੀ ਕਹਿੰਦੇ ਸ਼ਾਂਤੀ ਨਹੀਂ ਆਉਂਦੀ। ਮਤ ਬੁੱਧ ਭਵਈ ਨਾ ਬੁੱਝਈ, ਅੰਤਰ ਲੋਭ ਵਿਕਾਰ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਉਹਨਾਂ ਦੀ ਬੁੱਧੀ ਹੈ, ਇੰਨਾ ਗਿਆਨ ਇਕੱਠਾ ਕਰਦਿਆਂ ਜਦੋਂ ਵਿਵਾਦ ਦੇ ਵਿੱਚ ਪੈ ਜਾਂਦੇ, ਕਹਿੰਦੇ ਬੁੱਧੀ ਉਹਨਾਂ ਦੀ ਭ੍ਰਿਸ਼ਟ ਹੋ ਜਾਂਦੀ ਹੈ, ਉਲਟ ਹੋ ਜਾਂਦੀ ਹੈ। ਮਤ ਬੁੱਧ ਭਵਈ ਨਾ ਬੁੱਝਈ, ਅੰਤਰ ਲੋਭ ਵਿਕਾਰ।
ਕਹਿੰਦੇ ਜਿਹੜੇ ਇਹੋ ਜਿਹੇ ਗਿਆਨਵਾਨ ਨੇ, ਇਹੋ ਜਿਹੇ ਵਿਦਵਾਨ ਨੇ, ਹੰਗਤਾ ਦੇ ਵਿੱਚ ਰਹਿੰਦੇ ਨੇ, ਕਹਿੰਦੇ ਉਹਨਾਂ ਦੇ ਅੰਦਰ ਲੋਭ ਅਤੇ ਵਿਕਾਰ ਆ ਜਾਂਦੇ ਨੇ, ਤਾਂ ਕਰਕੇ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਗਿਆਨ ਦੋ ਤਰ੍ਹਾਂ ਦਾ ਹੈ। ਗਿਆਨ ਇੱਕ ਹੈ, ਇੱਕ ਗਿਆਨ ਲੈ ਕੇ ਉਸ ਰਸਤੇ 'ਤੇ ਚੱਲਣਾ, ਇੱਕ ਗਿਆਨ ਲੈ ਕੇ ਤੇ ਵਾਦ ਅਤੇ ਵਿਵਾਦ ਕਰਨਾ। ਇੱਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਗਿਆਨ ਦੇ ਵਿੱਚ ਫਰਕ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਹ ਵਾਦ ਵਿਵਾਦ ਦੇ ਵਿੱਚ ਪਏ ਰਹਿੰਦੇ ਨੇ, ਉਹਨਾਂ ਦੇ ਅੰਦਰ ਲੋਭ ਅਤੇ ਵਿਕਾਰ ਰਹਿੰਦਾ ਹੈ, ਤਾਂ ਕਰਕੇ ਉਹਨਾਂ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। 184 ਭਰਮ ਦੇ ਕਹਿੰਦੇ ਭਾਵੇਂ ਉਹਨਾਂ ਕੋਲ ਗਿਆਨ ਵੀ ਇੰਨਾ ਹੋ ਗਿਆ ਹੈ, ਭੂਤਕਾਲ ਵਰਤਮਾਨ ਦੀ ਸਾਰੀ ਗੱਲ ਦੱਸ ਦੇਣਗੇ, ਪਰ ਉਹ ਵੀ 84 ਲੱਖ ਜੂਨ ਦੇ ਵਿੱਚ ਆਖਰ ਨੂੰ ਪੈਣਗੇ, ਉਹ ਵੀ ਨਹੀਂ ਮੁਕਤ ਹੋ ਸਕਦੇ। ਭ੍ਰਮ ਹੋਏ ਖੁਆਰ, ਭਾਵ ਕਿ ਭਰਮ ਦੇ ਵਿੱਚ ਪੈ ਕੇ ਖੁਆਰ ਖੱਜਲ ਹੁੰਦੇ ਨੇ। ਪੂਰਬ ਲਿਖਿਆ ਕਮਾਵਣਾ, ਕੋਏ ਨਾ ਮੇਟਣ ਹਾਰ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਪੂਰਬ ਦਾ ਭਾਵ ਕਿ ਜੋ ਕਰਮਾਂ ਦਾ ਲਿਖਿਆ ਹੋਇਆ ਹੈ, ਇਹਨੂੰ ਕੋਈ ਨਹੀਂ ਮੇਟ ਸਕਦਾ। ਮੇਟਣ ਵਾਲਾ ਕੌਣ ਹੈ? ਅੱਗੇ ਸਤਿਗੁਰੂ ਜੀ ਦੱਸਣਗੇ। ਕੋਏ ਨਾ ਮੇਟਣ ਹਾਰ, ਕਰਮਾਂ ਦਾ ਲਿਖਿਆ ਹੋਇਆ ਕੋਈ ਨਹੀਂ ਮੇਟ ਸਕਦਾ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹੜਾ ਇਹ ਸ਼ਬਦ ਹੈ ਉਹਨਾਂ ਦਾ, ਇਹ ਸਾਰੇ ਕਰਮ ਵੀ ਬਦਲ ਦਿੰਦਾ ਹੈ। ਜੋ ਪੂਰਬ ਦੇ ਵਿੱਚ ਲਿਖਿਆ ਹੋਵੇ, ਕਰਮਾਂ ਦੇ ਵਿੱਚ ਲਿਖਿਆ ਹੋਵੇ, ਉਹ ਮਿਟ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਵੇਂ ਰਾਜਾ ਹੋਇਆ ਹੈ ਸਕੇਤ ਮੰਡੀ ਦਾ, 50 ਸਾਲ ਉਹਨੇ ਰਾਜ ਕਰਨਾ ਹੀ, ਗਰੀਬੀ ਦੇ ਵਿੱਚ ਰਹਿਣਾ ਸੀਗਾ, ਭਾਵ ਕਿ ਨਰਕ ਦੀ ਜ਼ਿੰਦਗੀ ਜੀਣੀ ਸੀ। ਜਦੋਂ ਸਤਿਗੁਰਾਂ ਦੇ ਕੋਲੇ ਆਇਆ, ਉਹਨਾਂ ਨੇ ਸੁਪਨੇ ਦੇ ਵਿੱਚ ਉਹਦਾ ਜਿਹੜਾ ਸਾਰਾ ਸੀ ਵਰਤਮਾਨ ਕੱਢ ਦਿੱਤਾ। ਉਹਨੇ ਆਣ ਕੇ ਜਦੋਂ ਪੁੱਛਿਆ ਕਿ ਮਹਾਰਾਜ, ਜਿਹੜਾ ਕਹਿੰਦੇ ਕਿ ਕਰਮਾਂ ਦਾ ਲਿਖਿਆ ਹੋਇਆ ਕਦੇ ਮਿਟ ਨਹੀਂ ਸਕਦਾ, ਤੇ ਫਿਰ ਤੁਹਾਡੇ ਕੋਲੇ ਆਉਣ ਦਾ ਫਾਇਦਾ ਕੀ ਹੈ? ਨਾਮ ਜਪਣ ਦਾ ਫਾਇਦਾ ਕੀ ਹੈ? ਤੇ ਸੇਵਾ ਕਰਨ ਦਾ ਕੀ ਫਾਇਦਾ ਹੈ? ਉਸ ਜਿਹੜਾ ਸਕੇਤ ਮੰਡੀ ਦਾ ਰਾਜਾ ਸੀਗਾ, ਬੜਾ ਤਗੜਾ ਉਹਦਾ ਰਾਜ ਸੀ। ਜਦੋਂ ਧੰਨ ਗੁਰੂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਕੋਈ ਨਹੀਂ, ਤੂੰ ਕੱਲ੍ਹ ਨੂੰ ਆਈ, ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਜਾਏਗਾ। ਜਦੋਂ ਰਾਤ ਨੂੰ ਸੁੱਤਾ, ਸੁਪਨੇ ਦੇ ਵਿੱਚ ਉਹਨੇ ਵੇਖਿਆ ਭਿਖਾਰੀ ਬਣ ਗਿਆ ਹੈ, ਕੋਈ ਉਹਨੂੰ ਰੋਟੀ ਨਹੀਂ ਦੇ ਰਿਹਾ, ਭੁੱਖਾ ਮਰ ਰਿਹਾ ਹੈ, ਕੋਈ ਪਾਣੀ ਨਹੀਂ ਪੁੱਛ ਰਿਹਾ। ਜਦੋਂ ਸਵੇਰੇ ਤੜਕੇ ਉੱਠਿਆ, ਬੜਾ ਡਰਿਆ ਹੋਇਆ, ਤੇ ਜਦੋਂ ਸਤਿਗੁਰਾਂ ਕੋਲੇ ਆਇਆ, ਕਹਿੰਦੇ ਮਹਾਰਾਜ ਮੈਂ ਆਹ ਦੇਖਿਆ। ਕਹਿੰਦੇ ਇਹੋ ਹੀ ਭਾਵ ਕਿ ਸਤ ਸੰਗਤ ਕਰਨ ਦਾ, ਸੇਵਾ ਕਰਨ ਦਾ ਇਹ ਫਲ ਹੈ ਕਿ ਜਿਹੜਾ ਤੇਰਾ ਸਮਾਂ ਆਉਣਾ ਸੀ ਅਗਲਾ ਜਨਮ, ਉਹ ਤੇਰਾ ਜਿਹੜਾ ਦੁੱਖ ਦਾ ਉਹ ਕੱਟਿਆ ਗਿਆ, ਸੁਪਨੇ ਦੇ ਵਿੱਚ ਕੱਢ ਦਿੱਤਾ। ਤਾਂ ਇਹ ਜਿਹੜਾ ਸ਼ਬਦ ਹੈ, ਇਹ ਨਾਮ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰ ਹੈ। ਇਹ ਪੂਰਬ ਲਿਖਿਆ ਹੋਇਆ ਵੀ, ਕਰਮਾਂ ਦਾ ਲਿਖਿਆ ਹੋਇਆ ਵੀ ਕੱਟ ਦਿੰਦੇ ਨੇ, ਕਿਰਪਾ ਕਰ ਦਿੰਦੇ ਨੇ। ਪੂਰਬ ਲਿਖਿਆ ਕਮਾਵਣਾ, ਕੋਏ ਨਾ ਮੇਟਣ ਹਾਰ। ਇੱਥੇ ਕੋਏ ਦਾ ਮਤਲਬ ਕਿ ਹੋਰ ਕੋਈ ਨਹੀਂ ਮੇਟ ਸਕਦਾ। ਤੁਹਾਨੂੰ ਧਨ ਦੌਲਤ ਪਦਾਰਥ ਸਭ ਕੁਝ ਦੇ ਦੇਣਗੇ, ਪਰ ਜਿਹੜਾ ਕਰਮਾਂ ਦਾ ਲਿਖਿਆ ਹੋਇਆ ਦੁੱਖ ਹੈ ਉਹ ਕੋਈ ਨਹੀਂ ਮੇਟ ਸਕਦਾ। ਕਿਉਂਕਿ ਹਜ਼ਾਰਾਂ ਲੋਕਾਂ ਕੋਲ ਕਰੋੜਾਂ ਅਰਬਾਂ ਰੁਪਈਆ ਵੀ ਹੈ, ਧਨ ਦੌਲਤ ਹੈ, ਪਰ ਸੁੱਖ ਫੇਰ ਨਹੀਂ ਮਿਲਦਾ। ਸੁੱਖ ਜਿਹੜਾ ਹੈ ਸ਼ਬਦ ਦੇ ਨਾਲ ਮਿਲਦਾ ਹੈ। ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗਾਖੜੀ ਕਹਿੰਦੇ ਨੇ ਕਠਿਨ ਸੇਵਾ, ਇਹ ਬੜੀ ਕਠਿਨ ਸੇਵਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਬੜੀ ਕਠਿਨ ਸੇਵਾ ਹੈ ਨਾਮ ਜਪਣਾ ਤੇ ਜਿਹੜੀ ਕਾਰ ਕਰਨੀ। ਸਿਰ ਦੀਜੈ ਆਪ ਗਵਾਏ, ਕਹਿੰਦੇ ਆਪਣੀ ਮੱਤ ਛੱਡ ਕੇ ਤੇ ਗੁਰੂ ਦੀ ਸੇਵਾ ਤੇ ਸਿਮਰਨ ਦਾ ਅਭਿਆਸ ਕਰ, ਤੇ ਉਹ ਫਿਰ ਕਿਰਪਾ ਕਰਦਾ ਹੈ। ਸ਼ਬਦ ਮਿਲਹਿ ਤਾਂ ਹਰ ਮਿਲੈ, ਕਹਿੰਦੇ ਜੇ ਸ਼ਬਦ ਦਾ ਅਭਿਆਸ ਹੋ ਗਿਆ ਤੇ ਹਰੀ ਪਰਮਾਤਮਾ ਫਿਰ ਉਹ ਮਿਲ ਜਾਂਦਾ ਹੈ। ਸੇਵਾ ਪਵੈ ਸਭ ਥਾਂਏ, ਕਹਿੰਦੇ ਉਹਨਾਂ ਦੀ ਸੇਵਾ ਕੀਤੀ ਹੋਈ ਫਿਰ ਸਫਲੀ ਹੋ ਜਾਂਦੀ ਹੈ। ਜਿਹੜੇ ਆਪਣੀ ਮੱਤ ਨੂੰ ਛੱਡ ਕੇ, ਆਪਣੀ ਹੰਗਤਾ ਨੂੰ ਛੱਡ ਕੇ ਸੇਵਾ ਕਰਦੇ ਨੇ, ਤੇ ਕਹਿੰਦੇ ਉਹਨਾਂ ਦਾ ਸ਼ਬਦ ਦਾ ਅਭਿਆਸ ਕੀਤਾ ਹੋਇਆ ਵੀ ਹਰੀ ਪਰਮਾਤਮਾ ਮਿਲ ਜਾਂਦਾ ਹੈ, ਤੇ ਸੇਵਾ ਉਹਨਾਂ ਦੀ ਸਫਲ ਹੋ ਜਾਂਦੀ ਹੈ। ਸੇਵਾ ਪਵੈ ਸਭ ਥਾਏ, ਪਾਰਸ ਪਰਸੈ ਪਾਰਸ ਹੋਏ।
ਜੋਤੀ ਜੋਤ ਸਮਾਏ। ਕਹਿੰਦੇ ਕਿ ਜਿਵੇਂ ਪਾਰਸ ਹੈ, ਪਾਰਸ ਦੇ ਨਾਲ ਲੋਹੇ ਨੂੰ ਛੁਹਾਈਏ ਤੇ ਸੋਨਾ ਬਣ ਜਾਂਦਾ ਹੈ, ਤਾਂ ਪਰ ਇੱਥੇ ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾ ਪਾਰਸ ਹੈ ਉਹੋ ਜਿਹਾ ਹੀ ਪਾਰਸ ਨੂੰ ਪਾਰਸ ਬਣਾ ਦਿੰਦਾ ਹੈ। ਪਰ ਜਿਹੜਾ ਪਾਰਸ ਹੈ ਉਹ ਲੋਹੇ ਨੂੰ ਸੋਨਾ ਬਣਾਊਗਾ, ਪਾਰਸ ਨਹੀਂ ਬਣੂਗਾ। ਪਰ ਜਿਹੜਾ ਸਤਿਗੁਰਾਂ ਦਾ ਦਰ ਹੈ, ਸ਼ਬਦ ਹੈ, ਕਹਿੰਦੇ ਜਿਹੋ ਜਿਹਾ ਗੁਰੂ ਹੈ ਉਹੋ ਜਿਹਾ ਚੇਲੇ ਨੂੰ ਬਣਾ ਦਿੰਦਾ ਹੈ। ਕਿਉਂਕਿ ਇਸੇ ਤਰ੍ਹਾਂ ਜਿਹੋ ਜਿਹਾ ਸ਼ਬਦ ਹੈ, ਸ਼ਬਦ ਦੇ ਨਾਲ ਮਨਾ ਕੇ ਮਨੁੱਖ ਉਹ ਸ਼ਬਦ ਦਾ ਹੀ ਰੂਪ ਬਣ ਜਾਂਦਾ ਹੈ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲੇ ਭਾਈ ਲਹਿਣਾ ਜੀ ਆਏ, ਲਹਿਣਾ ਤੋਂ ਅੰਗਦ ਉਹ ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਇਸੇ ਤਰ੍ਹਾਂ ਭਾਵ ਕਿ ਪਾਰਸ ਪਾਰਸ ਹੀ ਬਣ ਗਿਆ। ਜਿਹੜਾ ਅਭਿਆਸ ਕਰਦਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਦਾ ਰੂਪ ਹੀ ਦੇ ਦਿੰਦੇ ਨੇ, ਖਾਲਸੇ ਮੈਂ ਹੋ ਕਰੋ ਨਿਵਾਸ। ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪ ਦਾ ਹੀ ਰੂਪ ਦੇ ਦਿੱਤਾ ਸਾਰਿਆਂ ਨੂੰ। ਭਾਵ ਕਿ ਗੁਰੂ ਅਤੇ ਚੇਲੇ ਦਾ ਜਿਹੜਾ ਫਰਕ ਉਹ ਦੂਰ ਕਰ ਦਿੱਤਾ। ਭਾਵ ਕਿ ਆਪ ਹੀ ਚੇਲਾ ਅਤੇ ਆਪ ਹੀ ਗੁਰੂ ਬਣਿਆ। ਐਸੀ ਕਿਰਪਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਜੋਤੀ ਜੋਤ ਸਮਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਐਸੀ ਕਿਰਪਾ ਕਰਦੇ ਨੇ। ਕਹਿੰਦੇ ਜਿਨ੍ਹਾਂ ਦੇ ਕਰਮਾਂ ਦੇ ਫਿਰ ਜਦੋਂ ਵਿੱਚ ਲਿਖਿਆ ਜਾਂਦਾ ਹੈ, ਕਰਮ ਕਿਵੇਂ ਲਿਖੇ ਜਾਂਦੇ, ਜਦੋਂ ਸਿਮਰਨ ਦਾ ਅਭਿਆਸ ਕਰੀਏ, ਸੇਵਾ ਕਰੀਏ, ਕਰਮ ਬਦਲ ਜਾਂਦੇ ਨੇ ਅਤੇ ਫਿਰ ਉਹ ਸਤਿਗੁਰੂ ਉਹ ਪਰਮਾਤਮਾ ਫਿਰ ਆਣ ਕੇ ਮਿਲਦਾ ਹੈ। ਤਿਨ ਸਤਿਗੁਰ ਮਿਲਿਆ ਆਏ, ਮਨ ਭੁੱਖਾ ਭੁੱਖਾ ਮਤ ਕਰਹਿ, ਮਤ ਤੂੰ ਕਰਹਿ ਪੁਕਾਰ। ਤਾਂ ਸਤਿਗੁਰੂ ਜੀ ਕਹਿੰਦੇ ਕਿ ਉਸ ਪਰਮਾਤਮਾ 'ਤੇ ਆਸ ਛੱਡ ਦੇ ਤੂੰ। ਭਾਵ ਕਿ ਵਾਰ-ਵਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਾ ਫਸ। ਮਤ ਤੂੰ ਕਰਹਿ ਪੁਕਾਰ, ਭਾਵ ਕਿ ਤੂੰ ਇੰਨੀ ਦੂਰ ਚਲਿਆ ਜਾ। ਇਸ ਕਰਕੇ ਭਾਵ ਕਿ ਤੇਰਾ ਅਭਿਆਸ ਕਰਦਿਆਂ ਕਰਦਿਆਂ ਇੰਨੀ ਸੁਰਤ ਦੂਰ ਚਲੇ ਜਾਏ, ਇੰਨੀ ਚੜ੍ਹ ਜਾਏ ਕਿ ਜਿਹੜਾ ਤੇਰੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਹੈ, ਵਾਰ-ਵਾਰ ਦੀ ਭੁੱਖ ਹੈ, ਉਹ ਤੇਰੇ ਅੰਦਰੋਂ ਖਤਮ ਹੋ ਜਾਏ। ਮਤ ਤੂੰ ਕਰਹਿ ਪੁਕਾਰ, ਲੱਖ 84 ਜਿਨ ਸਰੀ ਸਭਸੇ ਦੇ ਆਧਾਰ। ਕਹਿੰਦੇ ਜਿਸ ਪਰਮਾਤਮਾ ਨੇ ਸਾਰੀ ਲੱਖ 84 ਜੂਨ ਬਣਾਈ ਹੈ, ਕਹਿੰਦੇ ਉਹ ਸਾਰਿਆਂ ਨੂੰ ਆਸਰਾ ਆਧਾਰ ਪਦਾਰਥ ਅਤੇ ਆਸਰਾ ਦੇ ਰਿਹਾ ਹੈ। ਕਹਿੰਦੇ ਉਹਦੇ ਆਸਰੇ 'ਤੇ ਜੀਣਾ ਸਿੱਖ। ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ। ਸਤਿਗੁਰੂ ਜੀ ਕਹਿੰਦੇ ਉਹ ਨਿਰਭਉ ਹੈ, ਭੈ ਤੋਂ ਰਹਿਤ ਹੈ। ਮਨੁੱਖ ਸਿਮਰਨ ਦਾ ਅਭਿਆਸ ਕਰਦਾ ਕਰਦਾ ਭੈ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਉਹ ਖਤਮ ਹੋ ਜਾਂਦੀ ਹੈ। ਸਭਨਾ ਕਰਦਾ ਸਾਰ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉਹ ਗੁਰਸਿੱਖਾਂ ਨੇ ਪੁੱਛਿਆ ਕਿ ਫਿਰ ਰੱਖਿਆ ਕਿਵੇਂ ਕਰਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਜਿਹਨੇ 84 ਲੱਖ ਜੂਨ ਬਣਾਈ ਹੈ, ਉਹ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ। ਉਹਦਾ ਅਭਿਆਸ ਕਰਨਾ ਚਾਹੀਦਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਉਹ ਭੈ ਤੋਂ ਰਹਿਤ ਵੀ ਕਰ ਦਿੰਦਾ ਹੈ, ਮੌਤ ਦਾ ਡਰ ਵੀ ਅੰਦਰੋਂ ਖਤਮ ਕਰ ਦਿੰਦਾ ਹੈ। ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੂਝੀਐ, ਪਾਈਐ ਮੋਖ ਦੁਆਰ। ਕਹਿੰਦੇ ਉਹਨਾਂ ਗੁਰਮੁਖਾਂ 'ਤੇ ਕਿਰਪਾ ਹੋ ਜਾਂਦੀ ਹੈ, ਉਹ ਇਹ ਸ਼ਬਦ ਦਾ ਅਭਿਆਸ ਪਰਮਾਤਮਾ ਨੂੰ ਪਛਾਣ ਲੈਂਦੇ ਨੇ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਇਹ ਕਿੱਥੋਂ ਸਾਰਾ ਗਿਆਨ ਮਿਲਦਾ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੀ ਸੰਗਤ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਉਸ ਪਰਮਾਤਮਾ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਫਿਰ ਉਸ ਮਨੁੱਖ ਦੀ ਮੁਕਤੀ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ 4 ਸਵਾਲਾਂ ਦੇ 4 ਪ੍ਰਸ਼ਨਾਂ ਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਉੱਤਰ ਦੇ ਕੇ ਸਮਝਾਇਆ ਕਿ ਇਹ ਭਾਈ ਕਾਰ ਕਿਹੜੀ ਕਰਨੀ ਹੈ, ਸਫਲੀ ਕਿਹੜੀ ਹੈ, ਜਾਂ ਵਿਦਵਾਨ ਜਿਨ੍ਹਾਂ ਨੂੰ ਗਿਆਨ ਹੈ ਉਹ ਕਿਵੇਂ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਵੀ 2 ਤਰ੍ਹਾਂ ਦਾ ਅਤੇ ਸੇਵਾ ਕਿਹੜੀ ਕਰਨੀ ਹੈ, ਇਹ ਸਤਿਗੁਰਾਂ ਨੇ ਸਮਝਾਇਆ, ਕਿਰਪਾ ਕੀਤੀ। ਨਿਰਭਉ ਸਦਾ ਦਇਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੂਝੀਐ, ਪਾਈਐ ਮੋਖ ਦੁਆਰ। ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੈ।
ਜਿਨ੍ਹਾਂ ਦੀ ਸੁਰਤ ਦੂਰ ਉੱਚੀ ਚੜ੍ਹ ਜਾਂਦੀ ਹੈ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰਿ ਕੇਰਾ।